ਜਿੱਥੈ ਨੀਚ ਸੰਭਾਲੀਆਂ ਨਾ, ਤਿੱਥੈ ਨਦਰ ਤੇਰੀ ਬਖਸ਼ੀਸ਼। ਧੰਨ ਵਾਹਿਗੁਰੂ ਸਾਹਿਬ ਜੀਓ। ਵਾਹਿਗੁਰੂ ਸਾਹਿਬ ਜੀ ਗੌੜੀ ਕਬੀਰ ਜੀ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਗਰਭਵਾਸ ਮੈਂ ਕੁਲ ਨਹੀਂ ਜਾਤੀ, ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਕਹੋ ਰੇ ਪੰਡਿਤ ਬਾਹਮਣ ਕਬ ਕੇ ਹੋਏ, ਬਾਹਮਣ ਕਹਿ ਕਹਿ ਜਨਮ ਮਤ ਖੋਏ। ਰਹਾਉ ਜੋ ਤੂੰ ਬ੍ਰਾਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ ਦੂਧ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹੋ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਬਰ ਤਖਤ ਦੇ ਮਾਲਕ ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿੰਨਾਂ ਦੀ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਅਤ ਸਤਿਕਾਰਯੋਗ ਸਨਮਾਨਯੋਗ ਸਤ ਸੰਗੀ ਜਨੋ। ਆਓ ਗੁਰਮੁਖੋ ਵਿਚਾਰਾਂ ਦੀ ਆਰੰਭਤਾ ਕਰਨ ਤੋਂ ਪਹਿਲਾਂ ਫਤਿਹ ਨਾਲ ਸਾਂਝ ਪਾਈਏ। ਦੋਵੇਂ ਹੱਥ ਜੋੜ ਕੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਚੱਲ ਰਹੀ ਕਥਾ ਵਿਚਾਰ ਗੌੜੀ ਕਬੀਰ ਜੀ, ਗੁਰੂ ਗ੍ਰੰਥ ਸਾਹਿਬ ਦਾ ਪਾਵਨ ਪਵਿੱਤਰ ਅੰਕ 324। ਸ਼ਬਦ ਦਾ ਜਿਹੜਾ ਭਾਵ ਹੈ ਜੀ, ਫਿਰ ਆਪਾਂ ਵਿਚਾਰ ਆਰੰਭ ਕਰਦੇ ਹਾਂ। ਕਬੀਰ ਜੀ ਨੇ ਸਾਡੇ ਸਾਹਮਣੇ ਸਮਾਜ ਅੰਦਰ ਚੱਲ ਰਹੀ ਇੱਕ ਭੈੜੀ ਬਿਮਾਰੀ ਕਹਿ ਸਕਦੇ ਹਾਂ ਆਪਾਂ, ਕਬੀਰ ਜੀ ਨੇ ਸਾਡੇ ਸਾਹਮਣੇ ਉਹ ਬਿਆਨ ਕੀਤੀ, ਦੱਸਿਆ। ਆਪਣੀ ਜ਼ਿੰਦਗੀ ਦੇ ਵਿੱਚ ਕਬੀਰ ਜੀ ਨਾਲ ਬਹੁਤ ਧੱਕਾ ਕੀਤਾ ਗਿਆ। ਕਿਹਦੇ ਆਧਾਰ ਤੇ? ਜਾਤ ਦੇ ਆਧਾਰ ਤੇ। ਕਿਉਂ ਕੀਤਾ ਗਿਆ? ਕਬੀਰ ਜੁਲਾਹਿਆਂ ਦੇ ਘਰੇ ਪੈਦਾ ਹੋਇਆ। ਭਾਵੇਂ ਤੁਹਾਨੂੰ ਬਚਨ ਤਿੱਖੇ ਲੱਗਣਗੇ, ਪਰ ਅਸਲੀਅਤ ਹੈ, ਸਚਾਈ ਹੈ। ਦੁਨੀਆ ਦੇ ਅੰਦਰ, ਸੰਸਾਰ ਅੰਦਰ ਵਾਪਰਦਾ ਰਿਹਾ। ਇੱਕ ਬਾਬੇ ਨਾਨਕ ਦਾ ਦਰ ਹੈ, ਇੱਕ ਬਾਬੇ ਨਾਨਕ ਦਾ ਘਰ ਹੈ ਜੋ ਸਭ ਨੂੰ ਗਲ ਨਾਲ ਲਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਮੁਬਾਰਕ ਬਾਣੀ ਸਾਡੇ ਅੰਦਰ ਭਾਈਚਾਰਕ ਸਾਂਝ ਪੈਦਾ ਕਰਦੀ ਹੈ। ਇਸ ਸ਼ਬਦ ਦਾ ਜਿਹੜਾ ਸਮੁੱਚਾ ਭਾਵ ਹੈ, ਕਬੀਰ ਜੀ ਕਹਿੰਦੇ ਨੇ ਜੋ ਮਨੁੱਖ ਉੱਚੀ ਜਾਤ ਦਾ ਮਾਣ ਕਰਦੇ ਨੇ ਉਹ ਮਨੁੱਖਾ ਜਨਮ ਅਜਾਈਂ ਗਵਾਉਂਦੇ ਨੇ। ਉਹਨਾਂ ਦਾ ਮਨੁੱਖਾ ਜਨਮ ਬੇਕਾਰ ਹੈ।
ਸਾਰੇ ਜੀਵ ਪ੍ਰਮਾਤਮਾ ਦੀ ਅੰਸ਼ ਹਨ। ਸਾਨੂੰ ਸਾਰਿਆਂ ਨੂੰ ਬਣਾਉਣ ਵਾਲਾ ਇੱਕ ਰੱਬ ਹੈ, ਇੱਕ ਪ੍ਰਮਾਤਮਾ ਵਾਹਿਗੁਰੂ ਹੈ। ਉੱਚਾ ਉਹੀ ਹੁੰਦਾ ਹੈ ਜੋ ਰੱਬ ਦੀ ਬੰਦਗੀ ਕਰਦਾ ਹੈ, ਪ੍ਰਮਾਤਮਾ ਦੀ ਬੰਦਗੀ ਕਰਦਾ ਹੈ, ਰੱਬ ਦਾ ਭਜਨ ਕਰਦਾ ਹੈ, ਉਹਨੂੰ ਗੁਰਬਾਣੀ ਨੇ ਉੱਚਾ ਮੰਨਿਆ। ਇਹਦਾ ਰਹਾਉ ਵਾਲਾ ਬੰਦ ਹੈ ਜੀ, ਧਿਆਨ ਨਾਲ ਸੁਣਿਓ ਜੀ, ਥੋੜ੍ਹਾ ਇਕਾਗਰ ਚਿੱਤ ਹੋ ਕੇ ਟਿਕਾ ਦੇ ਨਾਲ। ਕਬੀਰ ਜੀ ਕਿਸੇ ਬਿਰਾਦਰੀ ਦੀ ਗੱਲ ਨਹੀਂ ਕਰਦੇ, ਕਬੀਰ ਜੀ ਕਿਸੇ ਇੱਕ ਖਿੱਤੇ ਦੀ ਗੱਲ ਨਹੀਂ ਕਰਦੇ। ਇਹ ਸ਼ਬਦ ਸਭ ਲਈ ਸਾਂਝਾ ਹੈ, ਕਿਉਂਕਿ ਬਾਣੀ ਦਾ ਵਚਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ, ਸਾਂਝੀ ਸਗਲ ਜਹਾਨ ਹੈ। ਆਪਾਂ ਸਮਾਜ ਪੱਧਰ ਤੇ ਗੱਲ ਕਰ ਲਓ, ਪਿੰਡ ਪੱਧਰ ਤੇ ਗੱਲ ਕਰ ਲਓ। ਪਿੰਡ ਅੰਦਰ ਸਾਰੇ ਲੋਕ ਰਹਿੰਦੇ ਨੇ ਜੀ। ਕੋਈ ਬੰਦਾ ਦਿਹਾੜੀ ਕਰਦਾ, ਕੋਈ ਬੰਦਾ ਬਿਜ਼ਨਸਮੈਨ ਹੈ, ਕੋਈ ਬੰਦਾ ਕੋਈ ਕੰਮ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਸਾਰੇ ਹੀ ਪਿਆਰ ਕਰਦੇ ਨੇ। ਕਬੀਰ ਜੀ ਦਾ ਕਹਿਣ ਦਾ ਢੰਗ, ਕਹਿਣ ਦਾ ਨਜ਼ਰੀਆ ਬਹੁਤ ਵੱਖਰਾ ਹੈ। ਕਬੀਰ ਜੀ ਨਾਲ ਉਹਨਾਂ ਸਮਿਆਂ ਅੰਦਰ ਜੋ ਧੱਕਾ ਕੀਤਾ ਗਿਆ, ਸਮੇਂ ਦੇ ਵਿਪਰ ਨੇ, ਸਮੇਂ ਦੇ ਪੁਜਾਰੀ ਨੇ। ਇੱਕ ਵਾਰ ਪੁਜਾਰੀ ਨੂੰ, ਵਿਪਰ ਨੂੰ ਕਬੀਰ ਜੀ ਤੋਂ ਮਿਲਦੇ ਨੇ ਨਾ, ਉਹ ਇਸ ਗੱਲ ਦਾ ਮਾਣ ਕਰਦਾ ਸੀ ਵੀ ਮੈਂ ਬਹੁਤ ਉੱਚਾ, ਮੈਂ ਉੱਚੀ ਕੁਲ ਵਿੱਚ ਪੈਦਾ ਹੋਇਆ। ਰਹਾਉ ਵਾਲਾ ਬੰਦ ਮੈਂ ਪੜ੍ਹਦਾ ਜੀ। ਕਬੀਰ ਜੀ ਕਹਿੰਦੇ, ਕਹੋ ਰੇ ਪੰਡਤ, ਹੇ ਪੰਡਤ ਜੀ। ਵੈਸੇ ਪੰਡਤ ਸ਼ਬਦ ਬਹੁਤ ਸਤਿਕਾਰਯੋਗ ਹੈ ਜੀ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਜਿਹੜੇ 11 ਭੱਟ ਨੇ, ਉਹ ਪੰਡਤ ਪਰਿਵਾਰਾਂ ਵਿੱਚ ਪੈਦਾ ਹੋਏ ਨੇ, ਪੰਡਤ ਨੇ। ਭਗਤ ਰਾਮਾਨੰਦ ਜੀ ਪੰਡਤ ਪਰਿਵਾਰ ਵਿੱਚ ਪੈਦਾ ਹੋਏ ਨੇ। ਹੁਣ ਇਹਨੂੰ ਧਿਆਨ ਨਾਲ ਸੁਣਿਓ, ਸ਼ਬਦ ਨੂੰ ਮੈਂ ਦੁਬਾਰਾ ਫਿਰ ਕਹਿਣਾ, ਇਹ ਕਿਸੇ ਇੱਕ ਖਿੱਤੇ ਵਾਸਤੇ ਨਹੀਂ, ਕਿਸੇ ਇੱਕ ਬਰਾਦਰੀ ਵਾਸਤੇ ਨਹੀਂ, ਇਹ ਸ਼ਬਦ ਸਾਂਝਾ ਹੈ। ਪੰਡਤ ਦਾ ਅਰਥ ਸੂਝਵਾਨ ਹੁੰਦਾ, ਪੰਡਤ ਦਾ ਅਰਥ ਸਿਆਣਾ ਹੁੰਦਾ। ਇਹਨੂੰ ਧਿਆਨ ਨਾਲ ਸਮਝਿਓ। ਪਰ ਕਬੀਰ ਜੀ ਨੇ ਕਿਹੜੇ ਪੰਡਤ ਦੀ ਗੱਲ ਕੀਤੀ ਹੈ? ਜਿਹੜਾ ਪੰਡਤ ਜਾਤ ਦਾ ਹੰਕਾਰ ਕਰਦਾ ਸੀ, ਉਸ ਪੰਡਤ ਦੀ ਗੱਲ ਕੀਤੀ ਹੈ। ਮੈਂ ਪਹਿਲਾਂ ਗੱਲ ਕਰ ਦਿੱਤੀ, 11 ਭੱਟ ਨੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪੰਡਤ ਨੇ ਜੀ। ਉਹਨਾਂ ਨੇ ਆਪਣਾ ਜਾਤ ਦਾ ਮਾਨ ਹੰਕਾਰ ਖੋ ਕੇ ਗੁਰੂ ਦੇ ਚਰਨਾਂ ਤੇ ਆ ਕੇ ਡਿੱਗੇ, ਗੁਰੂ ਦੀ ਸ਼ਰਨ ਵਿੱਚ ਆ ਕੇ ਪਏ। ਉਹਨਾਂ ਨੇ ਗੁਰੂ ਅਰਜਨ ਸਾਹਿਬ ਦੀ ਉਸਤਤ ਵਿੱਚ, ਗੁਰੂ ਨਾਨਕ ਸਾਹਿਬ ਦੀ ਉਸਤਤ ਵਿੱਚ, ਗੁਰੂ ਅੰਗਦ ਸਾਹਿਬ ਦੀ ਉਸਤਤ ਵਿੱਚ। ਆਪਾਂ ਜਦੋਂ ਪੜ੍ਹਦੇ ਹਾਂ ਭੱਟਾਂ ਦੇ ਸਵਈਏ, ਭੱਟ ਕਿਹਨਾਂ ਨੂੰ ਕਿਹਾ ਜਾਂਦਾ ਸੀ? ਭੱਟ ਪੰਡਤਾਂ ਨੂੰ ਕਿਹਾ ਜਾਂਦਾ ਸੀ, ਕਿਉਂਕਿ ਇਹਨਾਂ ਦਾ ਕੰਮ ਹੁੰਦਾ ਸੀ ਲਿਖਣਾ। ਭੱਟ ਵਈਆਂ ਲਿਖਿਆ ਕਰਦੇ ਸੀ। ਉਹਨਾਂ ਭੱਟ ਵਈਆਂ ਤੇ ਬਹੁਤ ਕੁਝ ਲਿਖਿਆ ਕਰਦੇ ਸੀ। ਮੈਂ ਦੁਬਾਰਾ ਫਿਰ ਕਹਿ ਦੇਣਾ ਜੀ, ਸਿੱਖੀ ਦਾ ਕਿਸੇ ਵੀ ਬਿਰਾਦਰੀ ਨਾਲ, ਕਿਸੇ ਖਿੱਤੇ ਨਾਲ ਵਿਰੋਧ ਨਹੀਂ ਕੋਈ ਵੀ, ਪਰ ਮਹਾਰਾਜ ਉਸ ਗੱਲ ਦਾ ਵਿਰੋਧ ਕਰਦੇ ਨੇ ਜਿਹੜਾ ਬੰਦਾ ਜਾਤ ਦਾ ਹੰਕਾਰ ਕਰਦਾ ਹੈ। ਇਸ ਕਰਕੇ ਕਬੀਰ ਜੀ ਨੂੰ ਲਿਖਣਾ ਪਿਆ, ਕਹੋ ਰੇ ਪੰਡਤ ਬਾਹਮਣ ਕਬਕੇ ਹੋਏ। ਮਨੂ ਸਮ੍ਰਿਤੀ ਅਨੁਸਾਰ ਸਮਾਜ ਨੂੰ 4 ਵਰਨਾਂ ਵਿੱਚ ਵੰਡਿਆ ਗਿਆ। ਸਭ ਤੋਂ ਵੱਡਾ, ਸਭ ਤੋਂ ਉੱਚਾ ਬ੍ਰਾਹਮਣ ਮੰਨਿਆ ਗਿਆ ਮਨੂ ਸਮ੍ਰਿਤੀ ਅਨੁਸਾਰ। ਗੁਰੂ ਸਾਹਿਬ ਜੀ ਤਾਂ ਸਭ ਨੂੰ ਬਰਾਬਰ ਮੰਨਦੇ ਨੇ ਨਾ, ਇਹ ਤਾਂ ਸਭ ਇੱਕੋ ਜਿਹੇ ਨੇ। ਮਨੂ ਸਮ੍ਰਿਤੀ ਅਨੁਸਾਰ ਸੰਸਾਰ ਨੂੰ 4 ਵਰਨਾਂ ਵਿੱਚ ਵੰਡ ਦਿੱਤਾ ਗਿਆ। ਇੱਕ ਬ੍ਰਾਹਮਣ, ਇੱਕ ਖੱਤਰੀ, ਇੱਕ ਵੈਸ਼, ਇੱਕ ਸ਼ੂਦਰ। ਸ਼ੂਦਰ ਕੌਣ ਨੇ? ਸ਼ੂਦਰ ਉਹ ਲੋਕ ਨੇ ਜੋ ਸਾਰਿਆਂ ਦਾ ਕੰਮ ਧੰਦਾ ਕਰਦੇ ਨੇ, ਸਭ ਤੋਂ ਨੀਵੇਂ ਕੇ, ਉਹਨਾਂ ਨੂੰ ਵਿਚਾਰਿਆਂ ਨੂੰ ਸ਼ੂਦਰ ਕਹਿ ਦਿੱਤਾ। ਇੱਥੇ ਤਾਂ ਜੀ ਭਾਰਤ ਵਰਸ਼ ਦੀ ਗੱਲ ਕਰੋਗੇ ਨਾ, ਜੇ ਸ਼ੂਦਰ ਦੀ ਹਾਲਤ ਬਹੁਤ ਮਾੜੀ ਸੀ। ਇਹ ਤਾਂ ਸਦਕੇ ਜਾਈਏ, ਬਲਿਹਾਰ ਜਾਈਏ ਗੁਰੂ ਨਾਨਕ ਪਿਤਾ ਤੋਂ, ਜਿਨ੍ਹਾਂ ਨੇ ਇੱਕ ਬਹੁਤ ਵੱਡੀ ਜੰਗ ਲੜੀ ਹੈ। ਸ਼ੂਦਰ ਦੀ ਹਾਲਤ ਬਹੁਤ ਮਾੜੀ ਸੀ। ਇੱਥੇ ਥੁੱਕਣ ਦਾ ਅਧਿਕਾਰ ਨਹੀਂ ਸੀ, ਧਾਰਮਿਕ ਸਥਾਨਾਂ ਦੇ ਕੋਲੋਂ ਲੰਘਣ ਦਾ ਅਧਿਕਾਰ ਨਹੀਂ ਸੀ, ਕਿਸੇ ਦੇ ਚੁੱਲ੍ਹੇ ਤੇ ਚੜ੍ਹਨ ਦਾ ਅਧਿਕਾਰ ਨਹੀਂ ਸੀ। ਇੰਨੀ ਮਾੜੀ ਹਾਲਤ ਸੀ, ਜਿਹੜਾ ਇੱਕ ਸ਼ੂਦਰ ਸ਼੍ਰੇਣੀ ਸੀ। ਕਬੀਰ ਜੀ ਨੇ ਇਹ ਗੱਲ ਕਿਉਂ ਲਿਖੀ? ਕਿਉਂਕਿ ਕਬੀਰ ਜੀ ਨਾਲ ਖੁਦ ਵਾਪਰੀਆਂ ਨੇ ਗੱਲਾਂ ਇਹ। ਕੰਮ ਪੱਖੋਂ ਜੇ ਗੱਲ ਕਰੋਗੇ, ਕੰਮ ਇਹਨਾਂ ਦਾ ਕੀ ਹੈ? ਤਾਣਾ ਬੁਣਨ ਦਾ, ਕੱਪੜਾ ਬੁਣਨ ਦਾ ਕੰਮ ਕਰਦੇ ਨੇ, ਖੱਡੀ ਦਾ ਕੰਮ ਕਰਦੇ ਨੇ ਕਬੀਰ ਜੀ। ਸਮੇਂ ਦੇ ਵਿਪਰ, ਸਮੇਂ ਦੇ ਪੁਜਾਰੀ ਲੋਕ ਕਬੀਰ ਜੀ ਨੂੰ ਚਿੜਾਉਂਦੇ ਬਹੁਤ ਨੇ, ਤੰਗ ਬਹੁਤ ਕਰਦੇ ਨੇ।
ਇਹ ਤਾਂ ਜੁਲਾਹਿਆਂ ਦੇ ਘਰ ਪੈਦਾ ਹੋਇਆ, ਗੱਲਾਂ ਬਹੁਤ ਵੱਡੀਆਂ ਕਰਦਾ ਏ। ਬਹੁਤ ਤਸ਼ੱਦਦ ਵੀ ਕੀਤਾ ਗਿਆ, ਪਰ ਕਬੀਰ ਜੀ ਨੇ ਲਿਖਿਆ ਇਸ ਕਰਕੇ ਬਾਣੀ ਅੰਦਰ। ਕਬੀਰ ਜੀ ਦੇ ਸ਼ਲੋਕ ਆਪਾਂ ਪੜ੍ਹਦੇ ਹਾਂ ਜੀ, ਸ਼ਲੋਕ ਸ਼ੁਰੂ ਹੁੰਦੇ ਨੇ ਕਬੀਰ ਜੀ ਦੇ। ਕਬੀਰ ਮੇਰੀ ਜਾਤ ਕਉ ਸਭ ਕਉ ਹੱਸਣੈ ਹਾਰ। ਲੋਕ ਟਿਚਰਾਂ ਕਰਦੇ ਸੀ, ਮਖੌਲ ਕਰਦੇ ਸੀ। ਹੁਣ ਆਪਾਂ ਜਿੰਨੇ ਵੀ ਇੱਥੇ ਗੁਰਦੁਆਰੇ ਆਉਂਦੇ ਹਾਂ ਜਾਂ ਸਮਾਜ ਅੰਦਰ ਵਿਚਰਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਗੁਰਬਾਣੀ ਸੁਣਦੇ ਹਾਂ, ਕਿਸੇ ਦੇ ਮੱਥੇ ਤੇ ਥੋੜ੍ਹੀ ਲਿਖਿਆ ਹੋਇਆ ਹੈ। ਰੱਬ ਦੀ ਸਭ ਤੋਂ ਵੱਡੀ ਦੇਣ ਪਤਾ ਕੀ ਆ? ਰੱਬ ਨੇ, ਪਰਮਾਤਮਾ ਨੇ, ਵਾਹਿਗੁਰੂ ਨੇ ਕੋਈ ਜਾਤ ਨਹੀਂ ਬਣਾਈ, ਉਹਨੇ ਸਭ ਇੱਕੋ ਜਿਹੇ ਬਣਾਏ ਨੇ। ਕਹੋ ਕਬੀਰ ਹਮ ਰਾਮ ਕੀ ਅੰਸ਼, ਏਕ ਪਿਤਾ ਏਕ ਸਕੇ ਹਮ ਬਾਰਕ, ਤੂੰ ਮੇਰਾ ਗੁਰਹਾਈ, ਤੂੰ ਸਾਂਝਾ ਸਹਿ ਬਾਪ ਹਮਾਰਾ। ਉਸ ਮਾਲਕ ਨੇ, ਰੱਬ ਨੇ ਕੋਈ ਜਾਤ ਨਹੀਂ ਬਣਾਈ। ਦੁਨੀਆ ਦੇ ਅੰਦਰ ਕਿਸੇ ਕੋਲ ਵੱਧ ਪੈਸੇ ਨੇ, ਕਿਸੇ ਕੋਲ ਘੱਟ ਪੈਸੇ ਨੇ, ਕੋਈ ਬੰਦਾ ਦਿਹਾੜੀ ਕਰਦਾ, ਕੋਈ ਬੰਦਾ ਬਿਜ਼ਨਸ ਕਰਦਾ, ਕੋਈ ਬੰਦਾ ਕੋਈ ਨਾ ਕੋਈ ਕਾਰੋਬਾਰ ਤਾਂ ਕਰਦਾ ਹੀ ਹੈ। ਸਾਡੇ ਅੰਦਰ ਇੱਕ ਬਹੁਤ ਵੱਡੀ ਈਰਖਾ ਕਹਿ ਲਓ, ਸਾਡੇ ਅੰਦਰ ਇਹ ਬਹੁਤ ਵੱਡਾ ਸਾੜਾ ਕਹਿ ਲਓ। ਅਸੀਂ ਬੰਦੇ ਨੂੰ ਕਿੱਤੇ ਦੇ ਆਧਾਰ 'ਤੇ, ਕੰਮ ਦੇ ਆਧਾਰ 'ਤੇ ਭੈੜੀ ਨਿਗਾਹ ਨਾਲ ਵੇਖਦੇ ਹਾਂ ਵੀ ਨਹੀਂ ਇਹ ਤਾਂ ਫਲਾਣਿਆਂ ਦਾ, ਇਹ ਤਾਂ ਉਹਨਾਂ ਦੇ ਘਰ ਪੈਦਾ ਹੋਇਆ। ਕਬੀਰ ਜੀ ਨੂੰ ਸਭ ਸਹਿਣਾ ਪਿਆ ਏ, ਭਗਤਾਂ ਨੂੰ ਸਭ ਸਹਿਣਾ ਪਿਆ। ਇਸ ਕਰਕੇ ਕਬੀਰ ਜੀ ਨੇ ਲਿਖਿਆ, ਕਹੋ ਕਬੀਰ ਕਹੋ ਰੇ ਪੰਡਿਤ, ਬਾਹਮਣ ਕਬ ਕੇ ਹੋਏ। ਪੰਡਤ ਜੀ ਮੈਨੂੰ ਦੱਸਿਓ ਕਦੋਂ ਤੁਸੀਂ ਬਾਹਮਣ ਬਣ ਗਏ, ਕਦੋਂ ਤੁਸੀਂ ਉੱਚੀ ਜਾਤ ਵਾਲੇ ਬਣ ਗਏ। ਬਾਹਮਣ ਕਹਿ 324 ਅੰਕ ਦੇ ਸ਼ਬਦ ਆ ਜੀ, ਇਹ ਪੜ੍ਹ ਸਕਦੇ ਹੋ। 324 ਅੰਕ ਤੇ ਗੌੜੀ ਰਾਗ ਦੇ ਅੰਦਰ ਕਬੀਰ ਜੀ ਦੀ ਬਾਣੀ ਦਾ ਸ਼ਬਦ ਹੈ। ਅੱਗੇ ਕਹਿੰਦੇ, ਬਾਹਮਣ ਕਹਿ ਜਨਮ ਮਤ ਖੋਏ। ਕਬੀਰ ਜੀ ਕਹਿੰਦੇ ਆਪਣਾ ਜਨਮ ਬਰਬਾਦ ਨਾ ਕਰ। ਹੇ ਵਿਪਰ, ਹੇ ਪੁਜਾਰੀ ਜੀ, ਆਪਣਾ ਜਨਮ ਬਰਬਾਦ ਨਾ ਕਰੋ। ਇਹ ਕਹਿ ਕੇ ਮੈਂ ਫਲਾਣੇ ਘਰ ਪੈਦਾ ਹੋਇਆ, ਮੈਂ ਉੱਚੇ ਘਰ ਪੈਦਾ ਹੋਇਆ, ਇੱਥੇ ਵੱਡਾ ਕੋਈ ਨਹੀਂ ਹੁੰਦਾ। ਗੁਰਬਾਣੀ ਦੇ ਅੰਦਰ ਜਦੋਂ ਜ਼ਿਕਰ ਕੀਤਾ ਜੀ, ਆਪਾਂ ਸੋਦਰ ਬਾਣੀ ਵਿੱਚ ਪੜ੍ਹਦੇ ਹਾਂ ਜੀ ਇੱਕ ਪੰਕਤੀ, ਸਤਿਗੁਰੂ ਜੀ ਕਹਿੰਦੇ, ਖਸਮ ਵਿਸਾਰੈ ਤੇ ਕਮ ਜਾਤ, ਨਾਨਕ ਨਾਵੈ ਬਾਸਨਾਤ। ਗੁਰਬਾਣੀ ਨੇ ਜਦੋਂ ਨੀਵੀਂ ਜਾਤ ਦੀ ਗੱਲ ਕੀਤੀ ਨਾ, ਗੁਰਬਾਣੀ ਕਿਹਨੂੰ ਕਹਿੰਦੀ ਹੈ ਨੀਵੀਂ ਜਾਤ ਵਾਲਾ? ਗੁਰਬਾਣੀ ਕਹਿੰਦੀ ਹੈ ਜਿਹਨੇ ਖਸਮ ਨੂੰ ਭੁਲਾ ਦਿੱਤਾ, ਜਿਹਨੇ ਰੱਬ ਨੂੰ ਭੁਲਾ ਦਿੱਤਾ, ਉਹ ਕਿਸੇ ਵੀ ਖਿੱਤੇ ਅੰਦਰ ਪੈਦਾ ਹੋਇਆ, ਕਿਸੇ ਬਰਾਦਰੀ ਅੰਦਰ ਪੈਦਾ ਹੋਇਆ। ਗੁਰੂ ਨਾਨਕ ਦੀ ਬਾਣੀ ਕਹਿੰਦੀ ਉਹ ਕਮਜ਼ਾਤ ਹੈ। ਪਾਤਸ਼ਾਹ ਜੀ ਕਹਿ ਰਹੇ ਨੇ, ਖਸਮ ਵਿਸਾਰੈ ਤੇ ਕਮਜ਼ਾਤ। ਜਿਹਨੇ ਖਸਮ ਨੂੰ ਵਿਸਾਰ ਦਿੱਤਾ, ਖਸਮ ਨੂੰ ਭੁਲਾ ਦਿੱਤਾ। ਗੁਰਬਾਣੀ ਨੇ, ਮੈਂ ਪਹਿਲਾਂ ਵੀ ਗੱਲ ਕਰ ਦਿੱਤੀ, ਕੋਈ ਜਾਤ ਬਣਾਈਏ ਨਹੀਂ ਗੁਰੂ ਸਾਹਿਬ ਨੇ ਨਾ। ਗੁਰੂ ਸਾਹਿਬ ਨੇ ਤਾਂ ਸਭ ਤੋਂ ਵੱਡੀ ਜਿਹੜੀ ਜੰਗ ਆ ਨਾ ਸਾਡੇ ਗੁਰੂਆਂ ਦੀ, ਉਹ ਇਸ ਜਾਤ ਪਾਤ ਦੇ ਖਿਲਾਫ ਹੈ। ਸਮਾਜਿਕ ਭਾਈਚਾਰਾ ਸਾਡੇ ਅੰਦਰ ਪੈਦਾ ਹੋਵੇ, ਭਾਈਚਾਰਕ ਸਾਂਝ ਪੈਦਾ ਹੋਵੇ। ਤੁਸੀਂ ਇਤਿਹਾਸ ਨੂੰ ਪੜ੍ਹੋਗੇ ਨਾ ਜੀ, ਗੁਰੂ ਨਾਨਕ ਸਾਹਿਬ ਦੇ ਇਤਿਹਾਸ ਨੂੰ ਪੜ੍ਹ ਲਓ। ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਸ਼ਬਦ ਝਲਕਦੇ ਨੇ। ਗੁਰੂ ਨਾਨਕ ਸਾਹਿਬ ਜਦੋਂ ਕਹਿੰਦਾ ਨਾ, ਮੇਰੇ ਮਿੱਤਰ ਕੌਣ ਨੇ, ਮੇਰੇ ਸੰਗੀ ਕੌਣ ਨੇ, ਮੇਰੇ ਸਾਥੀ ਕੌਣ ਨੇ, ਗੁਰੂ ਨਾਨਕ ਕਹਿੰਦਾ, ਨੀਚਾ ਅੰਦਰ ਨੀਚ ਜਾਤ, ਨੀਚੀ ਹੁਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ, ਜਿੱਥੈ ਨੀਚ ਸੰਭਾਲੀਆਂ ਤਿੱਥੈ ਨਦਰ ਤੇਰੀ ਬਖਸ਼ੀਸ਼। ਗੁਰੂ ਨਾਨਕ ਦਾ ਘਰ ਹਮੇਸ਼ਾ ਨੀਵਿਆਂ ਨੂੰ ਗਲ ਨਾਲ ਲਾਉਂਦਾ ਹੈ। ਗੁਰੂ ਨਾਨਕ ਨੇ ਕਿਹਾ, ਮੇਰੀ ਮਿੱਤਰਤਾ, ਮੇਰਾ ਪਿਆਰ ਉਹਨਾਂ ਨਾਲ ਆ ਜਿਨ੍ਹਾਂ ਨੂੰ ਤੁਸੀਂ ਨੀਵੇਂ ਕਹਿ ਕੇ ਦੁਰਕਾਰਦੇ ਹੋ। ਸਭ ਤੋਂ ਵੱਡੀ ਗੱਲ ਹੈ ਜੀ, ਜਦੋਂ ਗੁਰੂ ਨਾਨਕ ਸਾਹਿਬ ਦੋਸਤ ਬਣਾਉਂਦੇ ਨੇ, ਮਿੱਤਰ ਬਣਾਉਂਦੇ ਨੇ, ਦੁਨੀਆ ਦੇ ਤਮਾਮ ਲੋਕ ਮਰਦਾਨੇ ਨੂੰ ਕਿੰਨਾ ਕੁਝ ਬੋਲਦੇ ਨੇ। ਕੋਈ ਕਹਿੰਦਾ ਇਹ ਮਰਾਸੀ ਆ, ਇਹ ਡੂਮਾਂ ਦੇ ਘਰ ਪੈਦਾ ਹੋਇਆ, ਇਹ ਇਸ ਤਰ੍ਹਾਂ ਮੰਗ ਕੇ ਖਾਂਦਾ, ਇਸ ਤਰ੍ਹਾਂ ਕਰਦਾ ਇਹਦਾ ਪਰਿਵਾਰ। ਗੁਰੂ ਨਾਨਕ ਨੇ ਇੱਕੋ ਗੱਲ ਕਹੀ, ਮਰਦਾਨਿਆਂ, ਦੁਨੀਆ ਦੀ ਪਰਵਾਹ ਨਾ ਕਰੀ, ਦੁਨੀਆ ਕੀ ਕਹਿੰਦੀ ਹੈ। ਤੇਰਾ ਕੰਮ ਰਬਾਬ ਵਜਾਉਣਾ, ਰਬਾਬ ਵਜਾ। ਇਸ ਰਬਾਬ ਦੇ ਨਾਲ ਆਪਾਂ ਸੱਚ ਦਾ ਹੋਕਾ ਦੇਣ ਵਾਸਤੇ ਜਾਣਾ ਹੈ। ਅੱਜ ਤੋਂ ਬਾਅਦ ਤੂੰ ਮੇਰਾ ਭਾਈ ਹੈ, ਮਿੱਤਰ ਹੈ। ਜਿੱਥੇ ਮੈਂ ਬੈਠਾਂਗਾ ਨਾ, ਉੱਥੇ ਤੂੰ ਬੈਠੇਂਗਾ। ਸਾਡਾ ਕੋਈ ਵੱਖੋ ਵੱਖਰੇ ਨਹੀਂ ਬੈਠਾਂਗੇ। ਗੁਰੂ ਨਾਨਕ ਨੇ ਮਰਦਾਨੇ ਨੂੰ ਆਪਣੇ ਬਰਾਬਰ ਬਿਠਾਇਆ। ਕਿੱਡਾ ਵੱਡਾ ਸਤਿਕਾਰ ਦਿੱਤਾ ਹੈ। ਮਰਦਾਨੇ ਦੇ ਪ੍ਰਥਾਏ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਵੀ ਉਚਾਰਨ ਕੀਤੇ ਬਾਬੇ ਨਾਨਕ ਨੇ। ਇੱਕ ਹੋਰ ਮੈਂ ਛੋਟੀ ਜਿਹੀ ਸਾਖੀ ਸਾਂਝੀ ਕਰਾਂ।
ਐਮਨਾਬਾਦ ਮਹਾਰਾਜ ਜਾਂਦੇ ਨੇ। ਐਮਨਾਬਾਦ ਕੌਣ ਰਹਿੰਦਾ? ਐਮਨਾਬਾਦ ਮਾਲਕ ਭਾਗੋ ਵੀ ਰਹਿੰਦਾ, ਐਮਨਾਬਾਦ ਭਾਈ ਲਾਲੋ ਵੀ ਰਹਿੰਦਾ। ਲਾਲੋ ਦਾ ਜਿਹੜਾ ਮਕਾਨ ਹੈ, ਕੋਈ ਮਕਾਨ ਨਹੀਂ ਉਹਦੇ ਕੋਲ, ਕਾਨਿਆਂ ਦੀ ਛੱਤ ਹੈ, ਚੋਂਦੀ ਹੈ। ਮੀਂਹ ਹਨੇਰੀ ਆ ਜਾਂਦਾ ਨਾ, ਬਹੁਤ ਤਕਲੀਫਾਂ ਝੱਲਣੀਆਂ ਪੈਂਦੀਆਂ ਨੇ। ਐਮਨਾਬਾਦ ਦੀ ਧਰਤੀ 'ਤੇ ਗੁਰੂ ਨਾਨਕ ਨੇ ਜ਼ਿਕਰ ਕੀਤਾ, ਭਾਈ ਲਾਲੋ ਦਾ ਨਾਮ ਵੀ ਗੁਰਬਾਣੀ ਵਿੱਚ ਲਿਖਿਆ, ਮਾਲਕ ਭਾਗੋ ਦਾ ਕਿਉਂ ਨਹੀਂ ਲਿਖਿਆ ਜੀ? ਮਾਲਕ ਭਾਗੋ ਨੂੰ ਇਹ ਮਾਣ ਸੀ, ਮੇਰੇ ਕੋਲ ਬਹੁਤ ਪੈਸਾ ਹੈ, ਮੇਰੇ ਕੋਲ ਬਹੁਤ ਪਦਾਰਥ ਨੇ, ਮੈਂ ਹਰ ਵਾਰ ਲੰਗਰ ਲਾਉਣਾ, ਲੋਕ ਮੈਨੂੰ ਵਾਹ ਵਾਹ ਕਹਿੰਦੇ ਨੇ। ਪਰ ਮਹਾਰਾਜ ਕਹਿੰਦੇ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਪਾਪ ਕੀ ਜੰਜਲ ਕਾਬਲ ਉਤਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਲਾਲੋ ਨਾਲ ਗੱਲਾਂ ਕਰਦੇ ਨੇ। ਕੋਧਰੇ ਦੀ ਰੋਟੀ ਮਹਾਰਾਜ ਨੇ ਉੱਥੇ ਖਾਧੀ। ਸ਼ਰਮ ਧਰਮ ਤੋਂ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਸ਼ਰਮ ਵੀ, ਸ਼ਰਮ ਧਰਮ ਸਭ ਕੁਝ ਛੁਪ ਗਿਆ ਹੈ, ਕੂੜ ਦਾ ਬੋਲਬਾਲਾ ਹੋ ਗਿਆ। ਕਿਉਂ ਮਹਾਰਾਜ ਨੇ ਲਾਲੋ ਦਾ ਲਿਖਿਆ? ਜਿੰਨੇ ਵਾਰ ਵੀ ਮਹਾਰਾਜ ਐਮਨਾਬਾਦ ਜਾਂਦੇ ਨੇ, ਜਿੰਨੇ ਵਾਰ ਵੀ ਮਹਾਰਾਜ ਭੋਜਨ ਕਰਦੇ ਨੇ, ਲਾਲੋ ਦੇ ਘਰ ਕਰਦੇ ਨੇ। ਲਾਲੋ ਬਿਲਕੁਲ ਗਰੀਬ ਜਿਹਾ ਇੱਕ ਵਿਅਕਤੀ ਹੈ। ਹੁਣ ਇੱਥੋਂ ਸਮਝ ਆਉਂਦੀ ਹੈ, ਪਤਾ ਲੱਗਦਾ ਮਹਾਰਾਜ ਪਿਆਰ ਕਿਹਨਾਂ ਨੂੰ ਕਰਦੇ ਨੇ, ਮਹਾਰਾਜ ਜਾਂਦੇ ਕਿਹਨਾਂ ਦੇ ਕੋਲ ਨੇ? ਜਿਨ੍ਹਾਂ ਨੂੰ ਸਮਾਜ ਦੁਰਕਾਰਦਾ ਰਿਹਾ। ਵਿਪਰਵਾਦੀ ਸੋਚ ਨੇ, ਪੁਜਾਰੀਵਾਦੀ ਸੋਚ ਨੇ, ਜਿਨ੍ਹਾਂ ਲੋਕਾਂ ਨੂੰ ਦੁਰਕਾਰਿਆ, ਨੀਵੇਂ ਕਿਹਾ, ਸ਼ੂਦਰ ਕਿਹਾ। ਗੁਰੂ ਨਾਨਕ ਦਾ ਘਰ ਉਹਨਾਂ ਨੂੰ ਗੱਲ ਨਾਲ ਲਾਉਂਦਾ ਰਿਹਾ। ਇਸ ਕਰਕੇ ਅੱਗੇ ਇੱਕ ਹੋਰ ਪੱਖ ਮੈਂ ਸਾਂਝਾ ਕਰਾਂ ਜੀ। ਗੁਰੂ ਨਾਨਕ ਸਾਹਿਬ ਨੇ ਪ੍ਰਚਾਰ ਦੌਰੇ ਕੀਤੇ ਨੇ। ਪ੍ਰਚਾਰ ਦੌਰਿਆਂ ਦੇ ਵਿੱਚ ਸਭ ਤੋਂ ਵੱਡੀ ਦੇਣ ਪਤਾ ਕੀ ਹੈ ਮਹਾਰਾਜ ਦੀ? ਉਹਨਾਂ ਨੇ ਪੋਥੀ ਵਿੱਚ ਬਾਣੀ ਲਿਖੀ ਅਤੇ ਭਗਤਾਂ ਦੀ ਬਾਣੀ ਵੀ ਉਹਨਾਂ ਨੇ ਸੰਭਾਲੀ ਹੈ। ਕਬੀਰ ਜੀ ਕਿੱਥੇ ਪੈਦਾ ਹੋਏ ਨੇ? ਕਬੀਰ ਜੀ ਬਨਾਰਸ ਦੀ ਧਰਤੀ ਤੇ, ਬਨਾਰਸ ਦੇ ਗੜ੍ਹ ਵਿੱਚ ਪੈਦਾ ਹੋਏ ਨੇ। ਬਨਾਰਸ ਵਿੱਚ ਬੋਲਬਾਲਾ ਕਿਹਨਾਂ ਦਾ? ਵਿਪਰ ਦਾ ਬੋਲਬਾਲਾ ਨਾ, ਵਿਪਰ ਪ੍ਰਧਾਨ ਆ ਬਨਾਰਸ ਵਿੱਚ। ਹੁਣ ਕਬੀਰ ਜੀ ਉੱਥੇ ਪੈਦਾ ਹੋਏ ਨੇ। ਕਬੀਰ ਜੀ ਦਾ ਕੰਮ ਹੈ ਕੱਪੜਿਆਂ ਦਾ, ਕੱਪੜੇ ਬੁਣਨਾ, ਖੱਡੀ ਦਾ ਕੰਮ ਹੈ। ਰੋਜ਼ਾਨਾ ਮੁਲਾਕਾਤਾਂ, ਰੋਜ਼ਾਨਾ ਇਸ ਤਰ੍ਹਾਂ ਦੀ ਹਾਲਾਤ ਰਹੇ ਨੇ ਜੀ। ਜੇ ਕੋਈ ਵਿਚਾਰਾ ਨੀਵੀਂ ਬਰਾਦਰੀ ਵਿੱਚੋਂ, ਨੀਵੀਂ ਜਾਤ, ਵੈਸੇ ਜਾਤ ਤਾਂ ਹੁੰਦੀ ਨਹੀਂ ਜੀ, ਮੈਨੂੰ ਕਹਿਣਾ ਪੈ ਰਿਹਾ, ਮਾਫ਼ ਕਰਨਾ। ਜੇ ਕੋਈ ਮੱਥੇ ਲੱਗ ਜਾਂਦਾ, ਸਾਹਮਣੇ ਆ ਜਾਂਦਾ, ਪੁਜਾਰੀ ਲੋਕ ਰਸਤਾ ਬਦਲ ਲੈਂਦੇ ਸੀ। ਮੱਥੇ ਨਹੀਂ ਲੱਗਦਾ ਵੀ ਮੈਂ ਭਿੱਟਿਆ ਜਾਊਂਗਾ, ਮੇਰਾ ਧਰਮ ਭ੍ਰਿਸ਼ਟ ਹੋ ਜਾਊਗਾ। ਈਵਨ ਭਾਈ ਮਰਦਾਨੇ ਦੇ ਜੀਵਨ ਵਿੱਚ ਬਹੁਤ ਸਾਖੀਆਂ ਵਾਪਰਦੀਆਂ ਨੇ, ਆਉਂਦੀਆਂ ਨੇ। ਸਮੇਂ ਦਾ ਵਿਪਰ ਕੀ ਕਹਿੰਦਾ? ਮੈਂ ਆਪਣਾ ਚੌਕਾ ਸੁੱਚਾ, ਜਦੋਂ ਮਹਾਰਾਜ ਨੇ ਕਿਹਾ ਚੱਲ ਮਰਦਾਨੇ ਪਾਣੀ ਲੈ ਕੇ ਆ, ਅੱਗ ਲੈ ਕੇ ਆ, ਜਦੋਂ ਮਹਾਰਾਜ ਕਹਿੰਦੇ ਨੇ ਭਾਈ ਮਰਦਾਨੇ ਨੂੰ, ਮਹਾਰਾਜ ਜਦੋਂ ਭਾਈ ਮਰਦਾਨਾ ਜੀ ਅੱਗ ਲੈਣ ਵਾਸਤੇ ਜਾਂਦੇ ਨੇ ਨਾ, ਮਰਦਾਨੇ ਨੇ ਜਾ ਕੇ ਅੱਗ ਮੰਗ ਲਈ। ਇੱਕ ਉੱਥੇ ਵੈਸ਼ਨਵ ਸਾਧ ਸੀ, ਉਹਨੂੰ ਇਸ ਗੱਲ ਦਾ ਮਾਣ ਸੀ, ਮੈਂ ਬਹੁਤ ਉੱਚੇ ਘਰਾਣੇ ਵਿੱਚ ਪੈਦਾ ਹੋਇਆ। ਮਰਦਾਨੇ ਨੇ ਅੱਗ ਮੰਗੀ ਨਾ, ਉਹ ਵੈਸ਼ਨਵ ਸਾਧ ਮਰਦਾਨੇ ਦੇ ਅੱਗ ਲੈ ਕੇ ਮੰਗਰ ਪੈ ਗਿਆ। ਕਿਉਂ ਪੈ ਗਿਆ? ਭੱਜਿਆ ਜਦੋਂ ਬਾਬੇ ਨਾਨਕ ਦੇ ਕੋਲ ਆਇਆ, ਭਾਈ ਤੇਰੇ ਕੋਲੋਂ ਅੱਗ ਮੰਗੀ ਹੈ, ਹੋਰ ਤਾਂ ਕੁਝ ਮੰਗਿਆ ਨਹੀਂ, ਤੂੰ ਮੇਰੇ ਸਾਥੀ ਦੇ ਮੰਗਰ ਕਿਉਂ ਪਿਆ? ਬਾਬਾ ਤੇਰੇ ਸਾਥੀ ਨੇ ਮੇਰਾ ਚੁੱਲ੍ਹਾ ਚੌਂਕਾ ਭਿੱਟ ਦਿੱਤਾ। ਇਹ ਬਹੁਤ ਵੱਡਾ ਇੱਕ ਭਰਮ ਸੀ ਵੀ ਇਹ ਨੀਵੀਂ ਬਰਾਦਰੀ ਅੰਦਰ ਪੈਦਾ ਹੋਇਆ, ਨੀਵੇਂ ਸਮਾਜ ਅੰਦਰ ਪੈਦਾ ਹੋਇਆ, ਇਹ ਸਾਡੇ ਚੁੱਲ੍ਹੇ ਤੇ ਚੜ੍ਹ ਗਿਆ, ਸਾਰਾ ਕੁਝ ਭਿੱਟਿਆ ਗਿਆ ਸਾਡਾ। ਮਹਾਰਾਜ ਨੇ ਸਮਝਾਇਆ, ਚੌਕਾ ਜੂਠਾ, ਗੋਬਰ ਜੂਠਾ, ਗੁਰਬਾਣੀ ਵਿੱਚ ਸ਼ਬਦ ਆਉਂਦੇ ਨੇ ਨਾ ਜੀ। ਉਹ ਭਲਿਆ ਲੋਕਾ, ਜੂਠਾ ਤਾਂ ਸਭ ਕੁਝ ਹੀ ਹੈ। ਇੱਕ ਬੰਦੇ ਨੂੰ ਕਹਿ ਰਿਹਾ ਤੂੰ ਭਿੱਟ ਦਿੱਤਾ, ਇਹ ਤਾਂ ਇਨਸਾਨ ਹੈ ਨਾ, ਇਹ ਤਾਂ ਪ੍ਰਮਾਤਮਾ ਦੀ ਅੰਸ਼ ਹੈ, ਰੱਬ ਦਾ ਜੀਵ ਹੈ, ਪਰ ਤੂੰ ਇਹ ਕਿਹੋ ਜਿਹੀਆਂ ਹਰਕਤਾਂ ਕਰਦਾ? ਗੁਰੂ ਨਾਨਕ ਨੇ ਉਹਨੂੰ ਗਿਆਨ ਕਰਵਾਇਆ, ਸਮਝ ਦਿੱਤੀ। ਇਸੇ ਤਰ੍ਹਾਂ ਸਭ ਤੋਂ ਵੱਡੀ ਦੇਣ ਹੈ ਜੀ ਗੁਰੂ ਨਾਨਕ ਪਿਤਾ ਦੀ, ਭਗਤਾਂ ਦੀ ਬਾਣੀ ਇਕੱਤਰ ਕੀਤੀ। ਭਗਤ ਪੀਪਾ ਜੀ, ਭਗਤ ਜੈਦੇਵ ਜੀ, ਭਗਤ ਸੈਣ ਜੀ, ਭਗਤ ਬੇਣੀ ਜੀ, ਸਮੁੱਚੇ ਭਗਤਾਂ ਦੀ ਬਾਣੀ ਇਕੱਠੀ ਕਰਕੇ ਬਾਬੇ ਨਾਨਕ ਨੇ ਸਭ ਤੋਂ ਵੱਡੀ ਗੱਲ ਕੀ ਕੀਤੀ? ਉਹਨਾਂ ਨੂੰ ਇੱਕ ਪੋਥੀ ਵਿੱਚ ਦਰਜ ਕਰ ਦਿੱਤਾ। ਕਬੀਰ ਜੀ ਨਾਲ ਮਿਲਾਪ ਹੁੰਦਾ ਬਾਬੇ ਨਾਨਕ ਦਾ। ਰਵਿਦਾਸ ਜੀ ਕੋਲ ਬਾਬਾ ਨਾਨਕ ਜਾਂਦਾ, ਉਹਨਾਂ ਭਗਤਾਂ ਦੀ ਬਾਣੀ ਇਕੱਤਰ ਕਰਕੇ ਪੋਥੀ ਅੰਦਰ ਦਰਜ ਕਰ ਦਿੱਤੀ। ਉਹਨਾਂ ਨੂੰ ਆਪਣੇ ਬਰਾਬਰ ਬੈਠਣਾ, ਬਰਾਬਰ ਬਿਠਾ ਦਿੱਤਾ, ਜਿਨ੍ਹਾਂ ਨੂੰ ਸਮਾਜ ਕਹਿੰਦਾ ਸੀ ਜਿਸ ਨੀਚ ਕੋ ਕੋਈ ਨਾ ਜਾਣੈ, ਜਿਹਨੂੰ ਕੋਈ ਜਾਣਦਾ ਨਹੀਂ ਸੀ। ਜਿਸ ਨੀਚ ਕੋ ਕੋਈ ਨਾ ਜਾਣੈ, ਨਾਮ ਜਪ ਤੋਂ ਚੌਂਕੁੰਡ ਮਾਨੈ।
ਜਦੋਂ ਨਾਮ ਜਪਿਆ, ਰੱਬ ਦੀ ਬੰਦਗੀ ਕੀਤੀ ਨਾ, ਅੱਜ ਸੰਸਾਰ ਅੰਦਰ ਚਾਰੇ ਪਾਸੇ ਉਹਦਾ ਬੋਲਬਾਲਾ ਹੋ ਗਿਆ। ਜਿਹਨੂੰ ਕੋਈ ਜਾਣਦਾ ਨਹੀਂ ਸੀ, ਜਿਹਨੂੰ ਕੋਈ ਪਛਾਣਦਾ ਨਹੀਂ ਸੀ, ਇਹ ਬਰਕਤ, ਇਹ ਮਹਿਮਾ ਨਾਮ ਦੀ ਹੈ, ਰੱਬ ਦੇ ਭਗਤਾਂ ਦੀ ਹੈ, ਰੱਬ ਦੇ ਪਿਆਰੇ ਭਗਤਾਂ ਦੀ ਮਹਿਮਾ ਹੈ। ਨਾਮ ਜਪਿਆ, ਉਹ ਉੱਚੀ ਕੁੱਲ ਵਾਲੇ ਬਣ ਗਏ। ਸ਼ਬਦ ਆਉਂਦਾ ਜੀ ਇੱਕ, ਸੈਣ ਨਾਈ ਪੁਤਕਾਰੀਆਂ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ। ਜਦੋਂ ਹਿਰਦੇ ਵਿੱਚ ਰੱਬ ਦੀ ਪਛਾਣ ਕਰ ਲਈ ਨਾ, ਉਹਨਾਂ ਦਾ ਨਾਮ ਵੀ ਭਗਤਾਂ ਵਿੱਚ ਆ ਗਿਆ। ਬਹੁਤ ਤਕੜੇ ਭਗਤ ਹੋਏ ਨੇ ਜੀ ਭਗਤ ਸੈਣ ਜੀ। ਅੱਗੇ ਕਿਹਾ, ਇਹ ਵਿਦ ਸੁਣ ਕੇ ਜਾਟਰੋ ਉਠ ਭਗਤੀ ਲਾਗਾ, ਮਿਲੈ ਪ੍ਰਤੱਖ ਗੁਸਾਈਆਂ ਧੰਨਾ ਬਡਭਾਗਾ। ਕਿੱਡੇ ਕਿੱਡੇ ਕਮਾਲ ਦੇ ਸ਼ਬਦ ਭਗਤਾਂ ਦੇ ਪਰਥਾਏ ਗੁਰੂ ਅਰਜਨ ਸਾਹਿਬ ਨੇ ਲਿਖੇ ਨੇ। ਇਹਨਾਂ ਭਗਤਾਂ ਨੂੰ ਮਾੜਾ ਨਾ ਆਖੋ, ਮੰਦਾ ਨਾ ਆਖੋ। ਇਹਨਾਂ ਭਗਤਾਂ ਦੀ ਕਰਨੀ, ਇਹਨਾਂ ਭਗਤਾਂ ਦਾ ਜੀਵਨ ਬਹੁਤ ਉੱਚਾ ਹੈ। ਕਿਰਤ ਕਰਕੇ, ਮਿਹਨਤ ਕਰਕੇ, ਮੁਸ਼ੱਕਤ ਕਰਕੇ ਰੱਬ ਨੂੰ ਵੇਖ ਲਿਆ, ਰੱਬ ਦੇ ਦੀਦਾਰ ਕਰ ਲਏ ਦੁਨੀਆ ਦੇ ਅੰਦਰੋਂ। ਭਲਿਓ ਸਤਿਗੁਰੂ ਮਹਾਰਾਜ ਕਬੀਰ ਜੀ ਕਹਿ ਰਹੇ ਨੇ, ਇਸ ਕਰਕੇ ਮੈਨੂੰ ਦੱਸ ਭਾਈ, ਕਿਉਂ ਤੂੰ ਲੋਕਾਂ ਅੰਦਰ ਭਰਮ ਪਾ ਰਿਹਾ? ਮੈਂ ਉੱਚਾ ਹਾਂ, ਮੈਂ ਉੱਚਾ ਹਾਂ। ਕਿਵੇਂ ਉੱਚਾ ਹੋ ਗਿਆ ਤੂੰ? ਹੁਣ ਮਹਾਰਾਜ ਕਬੀਰ ਜੀ ਨੇ ਕੁਝ ਸਵਾਲ ਕੀਤੇ ਨੇ। ਵਿਪਰ ਸਾਹਮਣੇ ਬੈਠਿਆ, ਬਾਬਾ ਕਬੀਰ ਜੀ ਸਵਾਲ ਕਰਦੇ ਨੇ। ਪਹਿਲਾ ਸਵਾਲ ਕੀਤਾ, ਪਹਿਲਾ ਸਵਾਲ ਕਬੀਰ ਜੀ ਨੇ ਕੀਤਾ, ਗਰਭ ਬਾਸ ਮੈਂ ਕੁੱਲ ਨਹੀਂ ਜਾਤੀ। ਭੱਬੇ ਨਾਲ ਜੀਏ, ਜਿਹਨੂੰ ਮਾਂ ਦਾ ਗਰਭ ਕਿਹਾ ਜਾਂਦਾ, ਮਾਂ ਦਾ ਗਰਭ। ਕਬੀਰ ਜੀ ਨੇ ਪਹਿਲਾ ਸਵਾਲ ਕੀਤਾ, ਤੈਨੇ ਰੌਲਾ ਇਹ ਪਾਇਆ ਨਾ ਮੈਂ ਉੱਚਾ ਹਾਂ, ਮੈਂ ਵੱਡੇ ਘਰ ਵਿੱਚ ਪੈਦਾ ਹੋਇਆ। ਕਬੀਰ ਜੀ ਕਹਿੰਦੇ, ਭਲਾ ਮੈਨੂੰ ਇੱਕ ਗੱਲ ਦੱਸੀ, ਜਦੋਂ ਤੂੰ ਮਾਂ ਦੇ ਗਰਭ ਵਿੱਚ ਸੀ, ਤੈਨੂੰ ਪਤਾ ਸੀ ਕਿਹੜੀ ਕੁੱਲ ਦਾ, ਤੂੰ ਕਿਹੜੀ ਜਾਤ ਦਾ? ਹੁਣ ਜਦੋਂ ਹੁੰਦਾ ਹੀ ਹੈ ਜੀ, ਜਨਮ ਲਿਆ ਫਿਰ ਠੱਪੇ ਲੱਗ ਜਾਂਦੇ ਨੇ, ਫਲਾਣਾ ਢਿਮਕਾ, ਇਹ ਸਭ ਕੁਝ ਲੱਗ ਜਾਂਦਾ ਹੈ। ਕਬੀਰ ਜੀ ਨੇ ਸਵਾਲ ਕੀਤਾ। ਕਬੀਰ ਜੀ ਕਹਿੰਦੇ, ਗਰਭ ਬਾਸ ਮੈਂ ਕੁੱਲ ਨਹੀਂ ਜਾਤੀ। ਕਬੀਰ ਜੀ ਕਹਿੰਦੇ, ਮਾਂ ਦੇ ਗਰਭ ਅੰਦਰ ਨਾ ਕੋ ਬੱਚੇ ਦੀ ਕੁੱਲ ਹੁੰਦੀ ਆ, ਨਾ ਕੋ ਜਾਤ ਹੁੰਦੀ ਹੈ। ਬ੍ਰਹਮ ਬਿੰਦ ਤੇ ਸਭ ਉਤਪਾਤੀ। ਕਬੀਰ ਜੀ ਕਹਿੰਦੇ, ਇੱਥੇ ਕਬੀਰ ਜੀ ਕਹਿ ਰਹੇ ਨੇ, ਸਤਿਗੁਰੂ ਕਬੀਰ ਜੀ ਕਹਿੰਦੇ, ਭਾਵ ਸਭ ਮੂਲ ਕਾਰਨ ਪ੍ਰਮਾਤਮਾ ਆਪ ਹੀ ਹੈ। ਆਪ ਹੀ ਉਹ ਮਾਲਕ, ਸਭ ਨੂੰ ਬਣਾਉਣ ਵਾਲਾ ਹੈ। ਸਾਰੇ ਜੀਵਾਂ ਦੀ ਉਤਪੱਤੀ ਪ੍ਰਮਾਤਮਾ ਕਰਦਾ ਹੈ। ਪ੍ਰਮਾਤਮਾ ਸਭ ਨੂੰ ਜਨਮ ਦਿੰਦਾ ਹੈ। ਠੀਕ ਹੈ, ਬੰਦਾ ਕਿਸੇ ਖਿੱਤੇ ਅੰਦਰ ਪੈਦਾ ਹੋ ਜਾਂਦਾ, ਕਿਸੇ ਘਰ ਅੰਦਰ ਪੈਦਾ ਹੋ ਜਾਂਦਾ ਹੈ। ਇਹਨੂੰ ਮਾੜਾ ਨਹੀਂ ਸਮਝਿਆ ਜਾਣਾ ਚਾਹੀਦਾ ਵੀ ਫਲਾਣੇ ਘਰ ਵਿੱਚ ਪੈਦਾ ਹੋਇਆ, ਇਹ ਫਲਾਣੀ ਬਰਾਦਰੀ ਵਿੱਚ ਪੈਦਾ ਹੋ ਗਿਆ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਜੀ, ਬਹੁਤ ਜਿਵੇਂ ਬਰਾਦਰੀ ਦੀ ਗੱਲ ਕਰਦੇ ਆ ਨਾ, ਜਿਹੜਾ ਵੀ ਲੋਕ ਉਸ ਸਮੇਂ ਕੰਮ ਕਰਦੇ ਸੀ, ਕੋਈ ਸੋਨੇ ਦਾ ਕੰਮ ਕਰਦਾ ਸੀ, ਕੋਈ ਲੋਹੇ ਦਾ ਕੰਮ ਕਰਦਾ ਸੀ, ਕੋਈ ਚੰਮ ਦਾ ਕੰਮ ਕਰਦਾ ਸੀ। ਕੰਮਾਂ ਦੇ ਆਧਾਰ ਤੇ ਇਹ ਗੱਲਾਂ ਪ੍ਰਚਲਿਤ ਹੋ ਗਈਆਂ ਵੀ ਇਹ ਇਸ ਤਰ੍ਹਾਂ ਬਣ ਗਿਆ, ਇਸ ਤਰ੍ਹਾਂ ਬਣ ਗਿਆ। ਵੈਸੇ ਬਾਣੀ ਨੇ ਕਿਸੇ ਨੂੰ ਇਸ ਤਰ੍ਹਾਂ ਨਹੀਂ ਦਰਜਾ ਦਿੱਤਾ, ਨਾ ਸਾਡੇ ਗੁਰੂਆਂ ਨੇ ਦਰਜਾ ਦਿੱਤਾ, ਕਿਉਂਕਿ ਰੱਬ ਨੇ ਤਾਂ ਕੋਈ ਜਾਤ ਬਣਾਈ ਨਹੀਂ। ਬਾਣੀ ਇਹਨਾਂ ਚੀਜ਼ਾਂ ਨੂੰ ਨਕਾਰਦੀ ਆ, ਰੱਦ ਕਰਦੀ ਆ ਮੁੱਢੋਂ। ਅੱਗੇ ਕਬੀਰ ਜੀ ਕਹਿ ਰਹੇ ਨੇ, ਬ੍ਰਹਮ ਬਿੰਦ ਤੇ ਸਭ ਉਤਪਾਤੀ, ਸਭ ਨੂੰ ਪੈਦਾ ਕਰਨ ਵਾਲਾ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਹੈ। ਅਗਲਾ ਸਵਾਲ ਕਬੀਰ ਜੀ ਫੇਰ ਕਰਦੇ ਨੇ। ਅਗਲਾ ਸਵਾਲ ਕਿਹੜਾ ਕੀਤਾ ਕਬੀਰ ਜੀ ਨੇ? ਕਬੀਰ ਜੀ ਕਹਿੰਦੇ, ਪੰਡਤ ਜੀ ਇੱਕ ਸਵਾਲ ਹੋਰ ਆ ਮੇਰਾ, ਜੇ ਤੁਸੀਂ ਮੈਨੂੰ ਨੀਵਾਂ ਕਹਿੰਦੇ ਹੋ ਨਾ ਵੀ ਕਬੀਰ ਜੁਲਾਹਾਂ ਦੇ ਘਰ ਪੈਦਾ ਹੋਇਆ, ਕਬੀਰ ਨੀਵੀਂ ਜਾਤ ਵਾਲਾ, ਮੇਰਾ ਇੱਕ ਸਵਾਲ ਪਤਾ ਕੀ ਹੈ? ਮੇਰਾ ਇੱਕ ਸਵਾਲ ਇਹ ਹੈ, ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ, 324 ਅੰਕ ਤੇ ਹੈ ਜੀ ਸ਼ਬਦ। ਜੋ ਤੋ ਬ੍ਰਾਹਮਣ ਬ੍ਰਹਮਣੀ ਜਾਇਆ, ਤੋ ਆਨ ਬਾਟ ਕਾਹੇ ਨਹੀਂ ਆਇਆ। ਕਬੀਰ ਜੀ ਕਹਿੰਦੇ, ਇਹ ਗੱਲ ਦੱਸੋ, ਜੇ ਤੁਸੀਂ ਆਪਣੇ ਆਪ ਨੂੰ ਵੱਡਾ ਮੰਨਦੇ ਹੋ, ਉੱਚਾ ਮੰਨਦੇ ਹੋ, ਮੇਰਾ ਜਨਮ ਜਿਵੇਂ ਸਾਰਿਆਂ ਦਾ ਜਨਮ ਹੁੰਦਾ, ਮੇਰਾ ਜਨਮ ਵੀ ਉਸ ਤਰ੍ਹਾਂ ਹੀ ਹੋਇਆ। ਕਬੀਰ ਜੀ ਕਹਿੰਦੇ, ਤੁਹਾਡਾ ਜਨਮ ਵੀ ਉਸ ਤਰ੍ਹਾਂ ਹੀ ਹੋਇਆ। ਜੇ ਤੁਸੀਂ ਆਪਣੇ ਆਪ ਨੂੰ ਵੱਡੇ ਮੰਨਦੇ ਹੋ, ਉੱਚੇ ਮੰਨਦੇ ਹੋ, ਫਿਰ ਤੁਹਾਡਾ ਜਨਮ ਕਿਸੇ ਹੋਰ ਤਰੀਕੇ ਨਾਲ ਹੋਣਾ ਚਾਹੀਦਾ ਸੀ ਨਾ। ਕਬੀਰ ਜੀ ਕਹਿੰਦੇ, ਫਿਰ ਤਾਂ ਮੈਂ ਮੰਨ ਲਾਂ, ਕਬੂਲ ਕਰਾਂ ਵੀ ਤੁਸੀਂ ਹੋਰ ਤਰੀਕੇ ਨਾਲ ਦੁਨੀਆ ਤੇ ਆਏ ਹੋ। ਜਿਵੇਂ ਮੇਰਾ ਜਨਮ ਹੋਇਆ, ਕਬੀਰ ਜੀ ਕਹਿੰਦੇ, ਉਸੇ ਤਰ੍ਹਾਂ ਤੁਹਾਡਾ ਜਨਮ ਹੋਇਆ। ਆਪਣੇ ਵਿੱਚ ਫਰਕ ਕੀ ਰਹਿ ਗਿਆ ਫਿਰ? ਹੈ ਤਾਂ ਆਪਾਂ ਬਰਾਬਰ ਹੀ ਆ ਨਾ।
ਠੀਕ ਆ, ਤੇਰੇ ਕੋਲ 4 ਪੈਸੇ ਵੱਧ ਨੇ, ਦੁਨੀਆ 'ਚ ਤੇਰਾ ਨਾਂ ਹੋ ਸਕਦਾ ਹੈ। ਕਬੀਰ ਜੀ ਕਹਿੰਦੇ ਇਸ ਗੱਲ ਦਾ ਭਰਮ ਨਾ ਪਾ ਵੀ ਮੈਂ ਉੱਚਾ, ਮੈਂ ਵੱਡਾ, ਮੈਂ ਵੱਡੇ ਘਰ ਵਿੱਚ ਪੈਦਾ ਹਾਂ। ਇੱਥੇ ਕੋਈ ਉੱਚਾ ਵੱਡਾ ਨਹੀਂ ਹੈ। ਉੱਥੇ ਅਮਲਾਂ ਦੇ ਹੋਣਗੇ ਨਵੇੜੇ, ਕਿਸੇ ਨਾਲ ਤੇਰੀ ਜ਼ਾਤ ਪੁੱਛਣੀ। ਕਬੀਰ ਜੀ ਇੱਥੇ ਜਿਹੜੀ ਆਪਾਂ ਨੂੰ ਗੱਲ ਕਹਿ ਰਹੇ ਨੇ, ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤਾਂ ਆਨ ਬਾਟ ਕਾਹੀ ਨਹੀਂ ਆਏ। ਆਨ ਬਾਟ ਦਾ ਅਰਥ ਹੈ ਵੱਖਰਾ ਰਾਹ, ਵਾਟ ਰਸਤਾ, ਵੱਖਰੀ ਵਾਟ, ਵੱਖਰਾ ਰਾਹ। ਜੇ ਤੂੰ ਵੱਡਾ ਕਹਿਣਾ ਫਿਰ ਹੋਰ ਤਰੀਕੇ ਨਾਲ ਕਿਉਂ ਨਹੀਂ ਦੁਨੀਆ ਤੇ ਆਇਆ? ਜਿਵੇਂ ਮੈਂ ਜਨਮ ਲਿਆ ਉਸੇ ਤਰ੍ਹਾਂ ਤੁਸੀਂ ਜਨਮ ਲਿਆ, ਫਿਰ ਆਪਾਂ ਬਰਾਬਰੀ ਹੋ ਗਏ, ਵੱਡੇ ਛੋਟੇ ਨਹੀਂ ਕੋਈ ਇੱਥੇ। ਅਗਲਾ ਸਵਾਲ ਕੀਤਾ ਕਬੀਰ ਜੀ। ਕਬੀਰ ਜੀ ਕਹਿੰਦੇ ਜੋ ਤੋ ਬ੍ਰਾਹਮਣ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ। ਤੁਸੀਂ ਕਿਵੇਂ ਬ੍ਰਾਹਮਣ ਬਣ ਗਏ, ਅਸੀਂ ਕਿਵੇਂ ਸ਼ੂਦਰ ਬਣ ਗਏ? ਸਵਾਲ ਕੀਤਾ, ਠੱਪਾ ਲਾ ਦਿੱਤਾ ਨਾ ਇੱਕ, ਫਲਾਣਾ ਤੂੰ, ਢਿਮਕਾ ਤੂੰ। ਕਬੀਰ ਜੀ ਕਹਿੰਦੇ ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲਹੂ ਤੁਮ ਕਤ ਦੂਧ। ਕਬੀਰ ਜੀ ਕਹਿੰਦੇ ਹਮ ਕਤ ਲਹੂ, ਸਾਡੇ ਅੰਦਰ ਜੇ ਲਹੂ, ਤੇਰੇ ਅੰਦਰ ਕਿਹੜਾ ਦੁੱਧ ਚੱਲਦਾ ਹੈ? ਤੇਰੇ ਅੰਦਰ ਵੀ ਲਹੂ ਹੈ ਨਾ। ਚੰਮ ਤੇਰਾ ਹੈ, ਚੰਮ ਮੇਰਾ ਹੈ, ਲਹੂ ਤੇਰੇ ਵਿੱਚ ਹੈ, ਲਹੂ ਮੇਰੇ ਵਿੱਚ ਹੈ। ਸਰੀਰ ਤੇਰੇ ਕੋਲ ਹੈ, ਸਰੀਰ ਮੇਰੇ ਕੋਲ ਹੈ। 2 ਅੱਖਾਂ ਤੇਰੇ ਨੇ, 2 ਅੱਖਾਂ ਮੇਰੇ ਨੇ। ਹੱਥ ਤੇਰੇ ਕੋਲ, ਹੱਥ ਮੇਰੇ ਕੋਲ ਨੇ। ਫਰਕ ਕੀ ਰਹਿ ਗਿਆ? ਫਰਕ ਤਾਂ ਕੋਈ ਨਹੀਂ ਨਾ। ਕਬੀਰ ਜੀ ਕਹਿੰਦੇ ਤੁਮ ਕਾ ਹਮ ਕਤ ਲਹੂ ਤੁਮ ਕਤ ਦੂਧ। ਅੱਗੇ ਕਬੀਰ ਜੀ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ। ਕਬੀਰ ਜੀ ਕਹਿੰਦੇ ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰਾ। ਕਬੀਰ ਜੀ ਕਹਿੰਦੇ ਸਾਡੇ ਬ੍ਰਾਹਮਣ ਪਤਾ ਕਿਹਨੂੰ ਕਿਹਾ ਜਾਂਦਾ ਹੈ? ਅਸੀਂ ਬ੍ਰਾਹਮਣ ਉੱਚੀ ਜਾਤ ਵਾਲਾ ਪਤਾ ਕਿਹਨੂੰ ਮੰਨਦੇ ਹਾਂ? ਕਬੀਰ ਜੀ ਕਹਿੰਦੇ ਹੇ ਕਬੀਰ ਅਸੀਂ, ਹੇ ਕਬੀਰ ਆਖ ਅਸੀਂ ਉਸ ਮਨੁੱਖ ਨੂੰ ਬ੍ਰਾਹਮਣ ਦੱਸਦੇ ਹਾਂ, ਉਸ ਮਨੁੱਖ ਨੂੰ ਬ੍ਰਾਹਮਣ ਮੰਨਦੇ ਹਾਂ ਜਿਹੜਾ ਪ੍ਰਮਾਤਮਾ ਬ੍ਰਹਮ ਨੂੰ ਸਿਮਰਦਾ ਹੈ, ਰੱਬ ਦੀ ਬੰਦਗੀ ਕਰਦਾ, ਰੱਬ ਦਾ ਸਿਮਰਨ ਕਰਦਾ। ਉਹ ਦਿਹਾੜੀਦਾਰ ਵੀ ਹੋ ਸਕਦਾ ਹੈ, ਉਹ ਵਿਚਾਰਾ ਕੋਈ ਵੀ ਹੋ ਸਕਦਾ ਹੈ। ਜਿਹੜਾ ਪ੍ਰਮਾਤਮਾ ਦੀ ਬੰਦਗੀ ਕਰਦਾ ਨਾ, ਕਬੀਰ ਜੀ ਕਹਿੰਦੇ ਉਹ ਬਹੁਤ ਉੱਚਾ ਹੁੰਦਾ ਹੈ, ਉਹਨੂੰ ਅਸੀਂ ਉੱਚਾ ਮੰਨਦੇ ਹਾਂ। ਜੇ ਤੂੰ ਕੇਵਲ ਇਸ ਦੌਲਤ ਦਾ ਮਾਣ ਕਰਦਾ ਹੈ, ਅਹੁਦੇ ਦਾ ਮਾਣ ਕਰਦਾ ਹੈ, ਬੇਕਾਰ ਹੈ। ਇਹ ਸਭ ਦੇਣ ਮਨੁ ਸਿਮਰਤੀ ਦੀ ਹੈ ਜੀ। ਮੈਂ ਕਬੀਰ ਜੀ ਇਹ ਗੱਲ ਕਹਿ ਰਹੇ ਨੇ, ਜ਼ਾਤ ਬਰਾਦਰੀਆਂ ਤੋਂ ਉੱਪਰ ਉੱਠ ਕੇ ਆਪਸੀ ਭਾਈਚਾਰਕ ਸਾਂਝ ਪੈਦਾ ਕਰੀਏ, ਕਿਸੇ ਨੂੰ ਵੱਡਾ ਕਿਸੇ ਨੂੰ ਛੋਟਾ ਨਾ ਸਦਾਈਏ। ਇੱਥੇ ਸਭ ਬਰਾਬਰ ਨੇ। ਠੀਕ ਹੈ, ਮੈਂ ਅਕਸਰ ਗੱਲ ਕਰਦਾ ਹੁੰਦਾ ਵੀ ਬੰਦਾ ਦੌਲਤ ਨਾਲ ਵੱਡਾ ਨਹੀਂ ਹੁੰਦਾ, ਬੰਦਾ ਪੈਸੇ ਨਾਲ ਵੱਡਾ ਨਹੀਂ ਹੁੰਦਾ। ਪੈਸਾ ਕਿੰਨਾ ਕੁ ਜਿਹੜਾ ਸਾਡੇ ਕੋਲ ਜੀ, ਦੁਨੀਆ ਦੇ ਉੱਤੇ ਐਸੇ ਲੋਕ ਵੀ ਵੇਖੇ ਨੇ ਜਿਹੜਾ ਦੁਨੀਆ ਦੇ ਅੰਦਰ ਜਿਨ੍ਹਾਂ ਦਾ ਨਾਮ ਸੀ, ਪੈਸੇ ਕਰਕੇ ਬੰਦੇ ਅਰਸ਼ਾਂ ਤੋਂ ਕਈ ਵਾਰ ਫਰਸ਼ਾਂ ਤੇ ਵੀ ਡਿੱਗ ਜਾਂਦੇ ਨੇ। ਪਰਮਾਤਮਾ ਦੀ ਨਜ਼ਰ ਦਾ ਪਤਾ ਨਹੀਂ ਲੱਗਦਾ। ਇਸ ਕਰਕੇ ਕਬੀਰ ਜੀ ਕਹਿੰਦੇ ਕਿਸੇ ਵੀ ਗੱਲ ਦਾ ਹੰਕਾਰ ਨਾ ਕਰੋ, ਹੰਕਾਰ ਨੂੰ ਤਿਆਗੋ, ਇੱਕ ਪਰਮਾਤਮਾ ਨੂੰ ਸਿਮਰ ਕੇ ਆਪਣੀ ਜ਼ਿੰਦਗੀ ਸਵਾਰੀਏ। ਕਿਉਂਕਿ ਸ਼ਬਦ ਦੀ ਵਿਚਾਰ ਥੋੜੀ ਲੰਬੇਰੀ ਹੋ ਗਈ ਹੈ ਜੀ। ਕੱਲ ਦੇ ਦੀਵਾਨਾਂ ਵਿੱਚ ਆਪਾਂ ਇਤਿਹਾਸਕ ਵਿਚਾਰ ਕਰਾਂਗੇ। ਇੰਨੀ ਬੇਨਤੀ ਪ੍ਰਵਾਨ ਕਰਿਓ, ਗੁਰੂ ਕਿਰਪਾ ਕਰੇ ਜੀ। ਸ਼ਬਦ ਨੂੰ ਜ਼ਿੰਦਗੀ ਵਿੱਚ ਵਸਾਈਏ,